ਵੀਡੀਓ ਦੇਖ ਰਹੇ ਸਾਰੇ ਸਾਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੈਂ ਤੁਹਾਡੇ ਕੋਲ ਜੋ ਟੌਪਿਕ ਲੈ ਕੇ ਆਇਆ ਹਾਂ ਉਹ ਰੈਫਰੀਜਰੇਸ਼ਨ ਐਂਡ 에ਅਰ ਕੰਡੀਸ਼ਨਿੰਗ ਸਬਜੈਕਟ ਦੇ ਵਿੱਚੋਂ ਚੈਪਟਰ ਨੰਬਰ 2 ਵੇਪਰ ਕੰਪਰੈਸ਼ਨ ਰੈਫਰੀਜਰੇਸ਼ਨ ਸਿਸਟਮ ਦੇ ਵਿੱਚੋਂ ਹੈ, ਜਿਹਦੇ ਵਿੱਚ ਅੱਜ ਅਸੀਂ ਗੱਲ ਕਰਨੀ ਹੈ ਕਿ ਵੇਰੀਅਸ ਕੰਡੀਸ਼ਨਸ ਆਫ ਰੈਫਰੀਜਰੈਂਟ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਸ਼ੋ ਕਰਨਾ ਹੈ ਔਨ pH ਐਂਡ TS ਚਾਰਟਸ ਦੇ ਉੱਤੇ, ਜਿਨ੍ਹਾਂ ਨੂੰ ਅਸੀਂ ਕਾਊਂਟ ਕਰਦੇ ਹਾਂ ਪ੍ਰੈਸ਼ਰ, ਐਂਥੈਲਪੀ ਚਾਰਟ, ਟੈਂਪਰੇਚਰ, ਐਂਟਰੋਪੀ ਚਾਰਟ। ਅਸੀਂ ਪਿਛਲੇ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਕਿ ਸਾਡੇ ਕੋਲ ਜੋ ਬੈਲ ਸ਼ੇਪਡ ਡੋਮ ਡਾਇਗਰਾਮ ਹੈ ਉਹ ਕਿਸ ਤਰੀਕੇ ਦੇ ਨਾਲ ਬਣਦਾ ਹੈ, ਉਸ ਨੂੰ ਕਿਵੇਂ ਬਣਾਇਆ ਜਾਂਦਾ ਹੈ, ਔਰ ਉਹਦੇ ਵਿੱਚ ਅਸੀਂ ਕੁਝ ਗੱਲਾਂ ਕੀਤੀਆਂ ਸੀ, ਉਹਨਾਂ ਨੂੰ ਹੀ ਅਸੀਂ ਯੂਜ਼ ਕਰਕੇ ਅਸੀਂ ਫਰਦਰ ਇਹ ਸਮਝਣਾ ਹੈ ਅੱਜ ਕਿ ਸਾਡੇ ਕੋਲ ਜੋ ਇਹ ਗ੍ਰਾਫਸ ਨੇ ਇਹ ਕਿਸ ਤਰੀਕੇ ਦੇ ਨਾਲ ਪਲਾਟ ਹੋਣਗੇ ਫॉर ਵੇਰੀਅਸ ਕੰਡੀਸ਼ਨਸ ਆਫ ਰੈਫਰੀਜਰੈਂਟ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਾਡੇ ਕੋਲ ਵੇਪਰ ਕੰਪਰੈਸ਼ਨ ਰੈਫਰੀਜਰੇਸ਼ਨ ਸਿਸਟਮ ਦੇ ਅੰਦਰ 4 ਤਰ੍ਹਾਂ ਦੀਆਂ ਪ੍ਰੋਸੈਸਿਸ ਅਚੀਵ ਕੀਤੀਆਂ ਜਾਂਦੀਆਂ ਨੇ ਅਲੱਗ-ਅਲੱਗ ਕੰਪੋਨੈਂਟਸ ਦੇ ਦੁਆਰਾ। ਸੋ ਉਹ ਕਿਹੜੀਆਂ-ਕਿਹੜੀਆਂ ਨੇ? ਕੰਪਰੈਸ਼ਨ, ਕੰਡੈਂਸੇਸ਼ਨ, ਐਕਸਪੈਂਸ਼ਨ ਐਂਡ ਇਵੈਪੋਰੇਸ਼ਨ। ਆਓ ਪਹਿਲਾਂ ਇਹਨਾਂ ਚਾਰੇ ਪ੍ਰੋਸੈਸਿਸ ਨੂੰ ਅਸੀਂ ਡਾਇਗਰਾਮ ਦੀ ਹੈਲਪ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰੀਏ, ਫਿਰ ਅਸੀਂ ਮੇਨ ਟੌਪਿਕ ਦੇ ਉੱਤੇ ਆਉਂਦੇ ਹਾਂ। ਜਿਵੇਂ ਕਿ ਅਸੀਂ ਆਪਣੇ ਪਿਛਲੇ ਕੁਝ ਵੀਡੀਓਜ਼ ਦੇ ਵਿੱਚ ਵੀ ਡਿਸਕਸ ਕੀਤਾ ਸੀ ਕਿ ਇੱਕ ਵੇਪਰ ਕੰਪਰੈਸ਼ਨ ਰੈਫਰੀਜਰੇਸ਼ਨ ਸਿਸਟਮ ਦੇ ਅੰਦਰ ਬੇਸਿਕਲੀ ਸਾਡੇ ਕੋਲ 4 ਕੰਪੋਨੈਂਟਸ ਹੁੰਦੇ ਨੇ: ਕੰਪਰੈਸਰ, ਕੰਡੈਂਸਰ, ਐਕਸਪੈਂਸ਼ਨ ਵਾਲਵ ਐਂਡ ਇਵੈਪੋਰੇਟਰ। ਤਾਂ ਸਭ ਤੋਂ ਪਹਿਲਾਂ ਅਸੀਂ ਸਾਈਕਲ ਜੇ ਸਟਾਰਟ ਕਰੀਏ ਕਿ ਮੈਂ ਸਟਾਰਟਿੰਗ ਕਰਦਾ 1 ਤੋਂ 2। ਇੱਥੇ ਮੇਰੇ ਕੋਲ ਹੈ ਕੰਪਰੈਸਰ। ਕੰਪਰੈਸਰ ਦਾ ਕੀ ਫੰਕਸ਼ਨ ਹੈ ਕਿ ਜੋ ਵੀ ਇਹਦੇ ਵਿੱਚ ਰੈਫਰੀਜਰੈਂਟ ਅਸੀਂ ਲਿਆ ਹੈ ਉਸ ਨੂੰ ਉਸਨੇ ਕੰਪਰੈਸ ਕਰਕੇ ਉਸ ਦਾ ਪ੍ਰੈਸ਼ਰ ਵਧਾ ਕੇ, ਟੈਂਪਰੇਚਰ ਵਧਾ ਕੇ, ਵੋਲਿਊਮ ਘਟਾ ਕੇ ਉਸ ਨੂੰ ਅੱਗੇ ਫਾਰਵਰਡ ਕਰ ਦੇਣਾ ਹੈ ਕੰਡੈਂਸਰ ਦੇ ਉੱਤੇ, ਜਿੱਥੇ ਉਸ ਰੈਫਰੀਜਰੈਂਟ ਦੀ ਜੋ ਲੇਟੈਂਟ ਹੀਟ ਹੈ ਉਹ ਰਿਮੂਵ ਹੋ ਜਾਏਗੀ ਔਰ ਥਰਡ ਕੰਡੀਸ਼ਨ ਦੇ ਉੱਤੇ ਉਹ ਆ ਜਾਏਗਾ। ਔਰ ਥਰਡ ਕੰਡੀਸ਼ਨ ਤੇ ਅਸੀਂ ਚੈੱਕ ਕਰਕੇ ਦੇਖਾਂਗੇ ਕਿ ਜਿੰਨਾ ਸਾਡੇ ਕੋਲ ਵੋਲਿਊਮ ਪਹਿਲਾਂ ਸੀ ਉਨਾ ਹੀ ਵੋਲਿਊਮ ਹੁਣ ਹੈ, ਮਤਲਬ ਕਿ ਸੈਕੰਡ ਕੰਡੀਸ਼ਨ ਦੇ ਉੱਤੇ ਐਂਡ ਥਰਡ ਕੰਡੀਸ਼ਨ ਦੇ ਉੱਤੇ ਸਾਡੇ ਕੋਲ ਵੋਲਿਊਮ ਵੀ ਸੇਮ ਹੈ, ਪ੍ਰੈਸ਼ਰ ਵੀ ਸੇਮ ਹੈ, ਟੈਂਪਰੇਚਰ ਵੀ ਸੇਮ ਹੈ, ਸਿਰਫ ਉਸ ਦੀ ਲੇਟੈਂਟ ਹੀਟ ਨੂੰ ਅਸੀਂ ਇਸ ਜਗ੍ਹਾ ਦੇ ਉੱਤੇ ਰਿਮੂਵ ਕੀਤਾ ਹੈ, ਉਸ ਨੂੰ ਕੰਡੈਂਸ ਕਰਕੇ ਗੈਸੀਅਸ ਫਾਰਮ ਤੋਂ ਲਿਕੁਇਡ ਫਾਰਮ ਦੇ ਵਿੱਚ ਕਨਵਰਟ ਕਰ ਲਿਆ। ਐਕਸਪੈਂਸ਼ਨ ਵਾਲ ਨੇ ਕੀ ਕੀਤਾ ਕਿ ਸਾਡੇ ਕੋਲ ਜੋ ਇਸ ਜਗ੍ਹਾ ਦੇ ਉੱਤੇ ਰੈਫਰੀਜਰੈਂਟ ਸੀ ਲਿਕੁਇਡ ਫਾਰਮ ਦੇ ਅੰਦਰ, ਉਸ ਨੂੰ ਐਕਸਪੈਂਡ ਕਰਕੇ ਪ੍ਰੋਵਾਈਡ ਕਰਤਾ। ਜਦੋਂ ਉਸਨੇ ਐਕਸਪੈਂਡ ਕੀਤਾ ਤਾਂ ਉਸ ਜਗ੍ਹਾ ਤੇ ਉਸ ਦਾ ਜੋ ਪ੍ਰੈਸ਼ਰ ਸੀ ਉਹ ਘਟ ਗਿਆ, ਟੈਂਪਰੇਚਰ ਘਟ ਗਿਆ ਐਂਡ ਵੋਲਿਊਮ ਉਸ ਦਾ ਵੱਧ ਗਿਆ। ਇਸ ਪ੍ਰੋਸੈਸ ਦੇ ਦੌਰਾਨ ਸਾਡੇ ਕੋਲ ਕੁਝ ਪਰਸੈਂਟ ਦੇ ਇਸ ਦੇ ਅੰਦਰ ਲਿਕੁਇਡ ਤੋਂ ਵੇਪਰ ਪਾਰਟੀਕਲਸ ਫਾਰਮ ਹੋ ਜਾਂਦੇ ਨੇ, ਤਾਂ ਹੀ ਇੱਥੇ ਲਿਖਿਆ ਹੈ ਲਿਕੁਇਡ ਪਲੱਸ ਸਮਾਲ ਅਮਾਊਂਟ ਆਫ ਵੇਪਰਸ। ਇਹ ਜਦੋਂ ਇੱਥੇ ਐਂਟਰ ਕਰਨਗੇ ਇਵੈਪੋਰੇਟਰ ਦੇ ਅੰਦਰ ਤਾਂ ਇੱਥੋਂ ਦੀ ਹੁਣ ਲੇਟੈਂਟ ਹੀਟ ਨੂੰ ਅਬਜ਼ੌਰਬ ਕਰ ਲੈਣਗੇ, ਮਤਲਬ ਕਿ ਹੁਣ ਸਿਸਟਮ ਦੇ ਅੰਦਰ ਦੀ ਲੇਟੈਂਟ ਹੀਟ ਨੂੰ ਅਬਜ਼ੌਰਬ ਕਰ ਲੇਗਾ ਰੈਫਰੀਜਰੈਂਟ। ਇਸ ਜਗ੍ਹਾ ਤੇ ਕੀ ਸੀ? ਰੈਫਰੀਜਰੈਂਟ ਨੇ ਖੁਦ ਦੀ ਲੇਟੈਂਟ ਹੀਟ ਨੂੰ ਰਿਮੂਵ ਕਰਕੇ ਕੰਡੈਂਸੇਸ਼ਨ ਦਾ ਪ੍ਰੋਸੈਸ ਅਚੀਵ ਕੀਤਾ ਸੀ, ਪਰ ਇਸ ਜਗ੍ਹਾ ਦੇ ਉੱਤੇ ਕੀ ਹੋ ਰਿਹਾ? ਜੋ ਆਪਣਾ ਰੈਫਰੀਜਰੈਂਟ ਹੈ ਉਹ ਹੀਟ ਨੂੰ ਅਬਜ਼ੌਰਬ ਕਰ ਰਿਹਾ, ਉਸ ਸਪੇਸ ਦੀ ਹੀਟ ਨੂੰ, ਔਰ ਲਿਕੁਇਡ ਤੋਂ ਕੰਪਲੀਟਲੀ ਵੇਪਰਸ ਦੀ ਫਾਰਮ ਦੇ ਵਿੱਚ ਕਨਵਰਟ ਹੋ ਕੇ ਅੱਗੇ ਜਾ ਰਿਹਾ ਸਿੱਧਾ ਕੰਪਰੈਸਰ ਦੇ ਉੱਤੇ। ਔਰ ਇਸੇ ਤਰ੍ਹਾਂ ਹੀ ਇਹ ਸਾਈਕਲ ਬਾਈ ਸਾਈਕਲ ਪ੍ਰੋਸੈਸ ਜੋ ਹੈ ਸਾਡਾ ਚੱਲਦਾ ਰਹੇਗਾ। ਇਸੇ ਹੀ ਪ੍ਰੋਸੈਸ ਨੂੰ ਹੁਣ ਅਸੀਂ ਪਲਾਟ ਕਰਕੇ ਦਿਖਾਉਣਾ ਹੈ ਟੈਂਪਰੇਚਰ ਐਂਟਰੋਪੀ ਚਾਰਟ ਦੇ ਉੱਤੇ ਐਂਡ ਪ੍ਰੈਸ਼ਰ ਐਂਥੈਲਪੀ ਚਾਰਟ ਦੇ ਉੱਤੇ, ਕਿ ਜਿਵੇਂ ਸਾਡੇ ਕੋਲ ਇਸ ਜਗ੍ਹਾ ਦੇ ਉੱਤੇ ਪ੍ਰੋਸੈਸ ਹੋ ਰਿਹਾ ਹੈ ਉਹ ਆਪਾਂ ਚਾਰਟਸ ਦੇ ਉੱਤੇ ਕਿਵੇਂ ਰਿਪਰੈਜ਼ੈਂਟ ਕਰ ਸਕਦੇ ਹਾਂ। ਇਸੇ ਪ੍ਰੋਸੈਸ ਨੂੰ ਜਦੋਂ ਅਸੀਂ ਚਾਰਟ ਦੇ ਉੱਤੇ ਰਿਪਰੈਜ਼ੈਂਟ ਕਰਨਾ ਹੈ ਤਾਂ ਉੱਥੇ ਸਾਡੇ ਕੋਲ ਜੋ ਕੰਡੀਸ਼ਨਸ ਨੇ ਉਹ ਅਲੱਗ-ਅਲੱਗ ਹੋ ਸਕਦੀਆਂ ਨੇ, ਜਿਵੇਂ ਕਿ ਮੈਂ ਉੱਤੇ ਬਿਲਕੁਲ ਟੌਪ ਦੇ ਉੱਤੇ ਰਿਪਰੈਜ਼ੈਂਟ ਕੀਤਾ ਹੋਇਆ ਹੈ ਡਰਾਈ, ਵੈਟ ਐਂਡ ਸੁਪਰ ਹੀਟਿਡ ਕੰਪਰੈਸ਼ਨ, ਕਿ ਜਦੋਂ ਕੰਪਰੈਸਰ ਦੇ ਦੌਰਾਨ ਕੰਪਰੈਸਰ ਨੇ ਜੋ ਕੰਮ ਕਰਨਾ ਹੈ ਕੰਪਰੈਸ਼ਨ ਦੇ ਦੌਰਾਨ, ਉਹ ਸਾਡੇ ਕੋਲ ਜੋ ਆਊਟਪੁੱਟ ਦੇਣੀ ਹੈ ਉਸ ਟਾਈਮ ਮੇਰੇ ਕੋਲ ਜੋ ਕੰਡੀਸ਼ਨ ਹੈ ਰੈਫਰੀਜਰੈਂਟ ਦੀ ਉਹ ਮੇਰੇ ਕੋਲ ਡਰਾਈ, ਵੈਟ ਜਾਂ ਸੁਪਰ ਹੀਟਿਡ ਫਾਰਮ ਹੋ ਸਕਦੀ ਹੈ। ਉਹਨਾਂ ਹੀ ਕੰਡੀਸ਼ਨਸ ਨੂੰ ਅਸੀਂ pH ਤੇ T5 ਚਾਰਟ ਦੇ ਉੱਤੇ ਰਿਪਰੈਜ਼ੈਂਟ ਕਰਨਾ ਹੈ। ਸੋ ਆਓ ਡਿਸਕਸ ਕਰਦੇ ਹਾਂ। ਜੋ ਫਸਟ ਸਾਡੀ ਕੰਡੀਸ਼ਨ ਹੈ when the vapor is dry and saturated at the end of compression, ਕਿ ਜਦੋਂ ਕੰਪਰੈਸ਼ਨ ਹੋ ਚੁੱਕੀ ਹੈ ਕੰਪਰੈਸ਼ਨ ਦੇ ਐਂਡ ਦੇ ਉੱਤੇ ਜੋ ਸਾਡੇ ਕੋਲ ਵੇਪਰਸ ਦੀ ਕੰਡੀਸ਼ਨ ਹੋਏਗੀ ਉਹ ਕਿਸ ਤਰ੍ਹਾਂ ਦੀ ਹੈ ਜੀ? ਡਰਾਈ ਐਂਡ ਸੈਚੂਰੇਟਿਡ। ਸੋ ਆਓ ਡਿਸਕਸ ਕਰਦੇ ਹਾਂ ਜੀ, ਇਹਨਾਂ ਨੂੰ ਗ੍ਰਾਫ ਦੇ ਉੱਤੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਸਾਹਮਣੇ ਅਸੀਂ ਸਕਰੀਨ ਤੇ ਦੇਖ ਪਾ ਰਹੇ ਹਾਂ ਕਿ ਸਾਡੇ ਕੋਲ 2 ਤਰ੍ਹਾਂ ਦੇ ਚਾਰਟ ਨਜ਼ਰ ਆ ਰਹੇ ਨੇ। ਲੈਫਟ ਹੈਂਡ ਸਾਈਡ ਤੇ ਮੇਰੇ ਕੋਲ ਚਾਰਟ ਹੈ ਟੈਂਪਰੇਚਰ ਐਂਟਰੋਪੀ ਚਾਰਟ ਐਂਡ ਰਾਈਟ ਸਾਈਡ ਤੇ ਮੇਰੇ ਕੋਲ ਹੈ ਪ੍ਰੈਸ਼ਰ ਐਂਥੈਲਪੀ ਚਾਰਟ। ਸੋ ਆਓ 1 ਬਾਏ 1 ਇਹਨਾਂ ਨੂੰ ਸਮਝਾਂਗੇ। ਜਿੱਥੇ ਮੈਨੂੰ ਇਕੱਠਾ ਸਮਝਾਉਣ ਦੀ ਲੋੜ ਪਈ ਮੈਂ ਇਕੱਠਾ ਵੀ ਡਿਸਕਸ ਕਰੂੰਗਾ। ਤਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਜੋ ਇਹਦੇ ਵਿੱਚ ਸਾਡੇ ਕੋਲ ਕਰਵਸ ਬਣੀਆਂ ਨੇ, ਜੋ ਸਾਡੇ ਕੋਲ ਬੈਲ ਸ਼ੇਪਡ ਜੋ ਕਰਵਸ ਨੇ
ਉਹ ਸਾਡੇ ਕੋਲ ਕਿਸ ਤਰ੍ਹਾਂ ਜਨਰੇਟ ਹੋਈਆਂ ਨੇ। ਸੋ ਅਸੀਂ ਪਿਛਲੇ ਵੀਡੀਓਜ਼ ਦੇ ਵਿੱਚ ਵੀ ਦੇਖਿਆ ਸੀ ਕਿ ਉਸ ਟਾਈਮ ਅਸੀਂ ਇੱਕ ਗ੍ਰਾਫ ਪਲਾਟ ਕੀਤਾ ਸੀ ਟੈਂਪਰੇਚਰ ਐਂਡ ਐਂਟਰੋਪੀ ਦੇ ਇਨ ਬਿਟਵੀਨ, ਔਰ ਉੱਥੇ ਦੇਖਿਆ ਸੀ ਸਾਡੇ ਕੋਲ ਜੋ ਬੈਲ ਸ਼ੇਪਡ ਕਰਵ ਬਣਦੀ ਹੈ ਉਹ ਕਿਸ ਤਰੀਕੇ ਨਾਲ ਬਣਦੀ ਹੈ। ਸੇਮ ਐਜ਼ ਇਟ ਇਜ਼ ਅਸੀਂ ਇਸ ਤਰੀਕੇ ਦੀ ਜੋ ਕਰਵ ਉੱਥੇ ਜਨਰੇਟ ਕਰਕੇ ਦੇਖੀ ਸੀ। ਇਸ ਪੁਆਇੰਟ ਨੂੰ ਜਿਹੜਾ ਬਿਲਕੁਲ ਟੌਪ ਦੇ ਉੱਤੇ ਹੋਏਗਾ, ਇਸ ਨੂੰ ਅਸੀਂ ਕਹਿ ਦਿੰਦੇ ਹਾਂ ਦੈਟ ਇਜ਼ ਅ ਕ੍ਰਿਟੀਕਲ ਪੁਆਇੰਟ, ਔਰ ਇਹਦੇ ਰਿਸਪੈਕਟਿਵ ਜੋ ਟੈਂਪਰੇਚਰ ਹੋਏਗਾ ਉਹ ਸਾਡਾ ਕ੍ਰਿਟੀਕਲ ਟੈਂਪਰੇਚਰ ਹੋਏਗਾ, ਇਹਦੇ ਰਿਸਪੈਕਟਿਵ ਜੋ ਸਾਡਾ ਪ੍ਰੈਸ਼ਰ ਹੋਏਗਾ ਉਹ ਸਾਡਾ ਕ੍ਰਿਟੀਕਲ ਪ੍ਰੈਸ਼ਰ ਕਹਿਲਾਏਗਾ। ਔਰ ਇਸ ਦੇ ਜੋ ਲੈਫਟ ਸਾਈਡ ਤੇ ਜੋ ਲਾਈਨ ਆ ਰਹੀ ਹੈ ਇਸ ਨੂੰ ਅਸੀਂ ਲਿਕੁਇਡਸ ਲਾਈਨ ਕਹਿੰਦੇ ਆ, ਔਰ ਇਸ ਲਾਈਨ ਤੋਂ ਲੈਫਟ ਸਾਈਡ ਤੇ ਜਿੰਨਾ ਪੋਰਸ਼ਨ ਮੇਰੇ ਕੋਲ ਹੋਏਗਾ ਉਹ ਸਾਰੇ ਦਾ ਸਾਰਾ ਕਿਹੜਾ ਪੋਰਸ਼ਨ ਹੈ ਜੀ, ਲਿਕੁਇਡਸ ਪੋਰਸ਼ਨ, ਜਿਹਨੂੰ ਅਸੀਂ ਸਬ ਕੂਲਡ ਰੀਜਨ ਵੀ ਕਹਿੰਦੇ ਆ। ਔਰ ਇੱਧਰ ਵਾਲੀ ਜੋ ਸਾਈਡ ਹੈ ਮੇਰੇ ਕੋਲ ਰਾਈਟ ਸਾਈਡ ਵਾਲੀ ਜਿੰਨੀ ਵੀ ਇਹ ਕਰਵ ਰਿਪਰੈਜ਼ੈਂਟ ਕਰ ਰਹੀ ਹੈ, ਇਸ ਲਾਈਨ ਨੂੰ ਅਸੀਂ ਕਹਿੰਦੇ ਆ ਵੇਪਰਸ ਲਾਈਨ ਜਾਂ ਸੈਚੂਰੇਟਿਡ ਵੇਪਰ ਲਾਈਨ। ਔਰ ਇਸ ਲਾਈਨ ਦੇ ਉੱਤੇ ਜੇ ਮੈਂ ਗੱਲ ਕਰਾਂ, ਮੇਰੇ ਕੋਲ ਜੋ ਡਰਾਈਨੈਸ ਫ੍ਰੈਕਸ਼ਨ x ਹੈ ਉਸ ਦੀ ਵੈਲਿਊ ਹਮੇਸ਼ਾ ਹੀ 1 ਮੰਨੀ ਗਈ ਹੈ, ਔਰ ਦੂਸਰੇ ਪਾਸੇ ਜੋ ਲਿਕੁਇਡਸ ਲਾਈਨ ਹੈ ਇਸ ਲਾਈਨ ਦੇ ਉੱਤੇ ਜਿਹੜੀ ਮੇਰੀ x ਦੀ ਵੈਲਿਊ ਹੈ ਉਹ ਹਮੇਸ਼ਾ ਹੀ 0 ਮੰਨੀ ਗਈ ਹੈ। ਸੋ ਇਹ ਚੀਜ਼ ਨੂੰ ਕਦੇ ਵੀ ਨਹੀਂ ਭੁੱਲਣਾ। ਇਸੇ ਤਰ੍ਹਾਂ ਹੀ ਜਦੋਂ ਅਸੀਂ ਪ੍ਰੈਸ਼ਰ ਐਂਥੈਲਪੀ ਚਾਰਟ ਦੇ ਵਿੱਚ ਗੱਲ ਕਰਾਂਗੇ ਤਾਂ ਇਸੇ ਤਰ੍ਹਾਂ ਹੀ ਸਾਡੇ ਕੋਲ ਇਸ ਜਗ੍ਹਾ ਦੇ ਉੱਤੇ ਕੁਝ ਕ੍ਰਿਟੀਕਲ ਕ੍ਰਿਟੀਕਲ ਪੁਆਇੰਟ ਬਣੇਗਾ, ਇਸ ਦੇ ਕੋਰਸਪੋਂਡਿੰਗ ਜੋ ਪ੍ਰੈਸ਼ਰ ਆਏਗਾ ਕ੍ਰਿਟੀਕਲ ਪ੍ਰੈਸ਼ਰ ਮੰਨਿਆ ਜਾਏਗਾ। ਔਰ ਇਸ ਲਾਈਨ ਨੂੰ ਅਸੀਂ ਮੰਨਾਂਗੇ ਜੀ ਲਿਕੁਇਡਸ ਲਾਈਨ, ਔਰ ਕ੍ਰਿਟੀਕਲ ਪੁਆਇੰਟ ਤੋਂ ਬਾਅਦ ਜਿਹੜਾ ਮੇਰੇ ਕੋਲ ਲਾਈਨ ਬਚ ਰਹੀ ਹੈ ਇਸ ਲਾਈਨ ਨੂੰ ਕਹਾਂਗੇ ਅਸੀਂ ਸੈਚੂਰੇਟਿਡ ਵੇਪਰ ਲਾਈਨ। ਸੋ ਆਓ 1 ਬਾਏ 1 ਹੁਣ ਪ੍ਰੋਸੈਸਿਸ ਨੂੰ ਡਿਸਕਸ ਕਰਦੇ ਹਾਂ। ਹੁਣ ਇਸ ਜਗ੍ਹਾ ਦੇ ਵਿੱਚ ਉਹਨੇ ਕਿਹਾ ਹੈ ਕਿ ਜੋ ਅਸੀਂ ਕੰਡੀਸ਼ਨ ਡਿਸਕਸ ਕਰਨੀ ਆ ਕਿ ਆਫਟਰ ਕੰਪਰੈਸ਼ਨ, ਕਿ ਜੋ ਸਾਡੇ ਕੋਲ ਕੰਪਰੈਸ਼ਨ ਹੋਣ ਤੋਂ ਬਾਅਦ ਵੇਪਰ ਦੀ ਕੰਡੀਸ਼ਨ ਹੋਏਗੀ ਉਹ ਡਰਾਈ ਤੇ ਸੈਚੂਰੇਟਿਡ ਹੋਏਗੀ। ਔਰ ਸਾਨੂੰ ਪਤਾ ਹੈ ਕਿ ਜੋ ਡਰਾਈ ਐਂਡ ਸੈਚੂਰੇਟਿਡ ਕੰਡੀਸ਼ਨ ਹੈ ਉਹ ਐਗਜ਼ੈਕਟਲੀ ਸਾਨੂੰ ਇਸ ਡਰਾਈ ਸੈਚੂਰੇਟਿਡ ਲਾਈਨ ਦੇ ਉੱਪਰ ਮਿਲੇਗੀ, ਕਿਉਂਕਿ ਅਸੀਂ ਪਹਿਲਾਂ ਵੀ ਡਿਸਕਸ ਕੀਤਾ ਸੀ ਕਿ ਜੋ ਇਸ ਲਾਈਨ ਦੇ ਅੰਦਰ ਵਾਲਾ ਰੀਜਨ ਹੈ ਉਹ ਸਾਡਾ ਸਾਰਾ ਵੈਟ ਰੀਜਨ ਹੈ। ਅੰਦਰ ਰੀਜਨ ਦੇ ਜਿੰਨੀ ਵੀ ਸਟੀਮ ਪ੍ਰੈਜ਼ੈਂਟ ਹੋਏਗੀ ਉਹ ਵੈਟ ਫਾਰਮ ਦੇ ਵਿੱਚ ਹੋਏਗੀ, ਉਹਦੇ ਵਿੱਚ ਨਮੀ ਹੋਏਗੀ, ਉੱਥੇ ਅਸੀਂ ਡਰਾਈਨੈਸ ਫ੍ਰੈਕਸ਼ਨ ਦਾ ਯੂਜ਼ ਕਰਨਾ ਹੈ। ਇਸ ਲਾਈਨ ਦੇ ਐਗਜ਼ੈਕਟ ਉੱਪਰ ਸਾਡੇ ਕੋਲ ਜੋ ਸਟੀਮ ਦੀ ਕੰਡੀਸ਼ਨ ਹੋਏਗੀ ਉਹ ਕੰਪਲੀਟਲੀ ਡਰਾਈ ਹੋਏਗੀ, ਔਰ ਇਸ ਲਾਈਨ ਤੋਂ ਪਾਰ ਸਾਡੇ ਕੋਲ ਜੋ ਕੰਡੀਸ਼ਨ ਹੋਏਗੀ ਕੰਪਲੀਟਲੀ ਸੈਚੂਰੇਟਿਡ ਮੰਨੀ ਜਾਏਗੀ। ਔਰ ਇਸ ਦੇ ਲਈ ਹੁਣ ਉਹਨੇ ਜੋ ਕੰਡੀਸ਼ਨ ਕਹੀ ਹੈ ਕਿ ਡਰਾਈ ਐਂਡ ਸੈਚੂਰੇਟਿਡ, ਕਿ ਹੁਣ ਜੋ ਸਾਡਾ ਸੈਕਿੰਡ ਪੁਆਇੰਟ ਹੈ ਆਫਟਰ ਕੰਪਰੈਸ਼ਨ, ਮੈਂ ਮੰਨ ਕੇ ਚੱਲਦਾ ਹਾਂ ਕਿ ਮੇਰੇ ਕੋਲ ਜੋ ਫਸਟ ਪੁਆਇੰਟ ਹੈ ਇਸ ਜਗ੍ਹਾ ਤੋਂ ਮੇਰੀ ਜੋ ਕੰਪਰੈਸ਼ਨ ਹੈ ਉਹ ਸਟਾਰਟ ਹੁੰਦੀ ਹੈ, ਸੈਕਿੰਡ ਪੁਆਇੰਟ ਤੇ ਕੰਪਰੈਸ਼ਨ ਮੇਰੀ ਖਤਮ ਹੋ ਜਾਂਦੀ ਹੈ। ਔਰ ਇਹ ਪ੍ਰੋਸੈਸ ਮੇਰਾ ਕਿਸ ਤਰ੍ਹਾਂ ਦਾ ਹੋਏਗਾ ਜੀ, ਆਈਸੈਂਟ੍ਰੋਪਿਕ ਪ੍ਰੋਸੈਸ ਹੋਏਗਾ, ਰਿਵਰਸੀਬਲ ਐਡਿਆਬੈਟਿਕ ਪ੍ਰੋਸੈਸ, ਜਿਹਦੇ ਵਿੱਚ ਮੇਰੀ ਜੋ ਐਂਟਰੋਪੀ ਹੈ ਉਹ ਮੇਰੀ ਕਾਂਸਟੈਂਟ ਰਹੇਗੀ। सो एंट्रोपी कांस्टेंट है तो मेरी 1 टू सेकंड जो पॉइंट है मेरी बिल्कुल स्ट्रेट लाइन आएगी। सो इस जगह तो सैकेंड पॉइंट पर असी पहुँच गए, सैकेंड पॉइंट का पता लग गया जी। हुण साडे कोल इत्थे लाइन के उत्ते ही रिप्रजेंट असी क्यों किया, क्योंकि सानू गिवन कंडीशन जो सी कि सैकेंड पॉइंट साडा ड्राई एंड सैचूरेटेड होना चाहिए, इस करके असी एग्जैक्ट लाइन के उत्ते रिप्रजेंट किया। नैक्सट आ गई मेरे को प्रोसैस कंडेंसेशन का। कंडेंसेशन का जो प्रोसैस सीगा वो सानू पता है कि उस जगह के उत्ते मेरी जो टैंपरेचर है, टैंपरेचर दे विच वेरीएशन नहीं आ रही, जिवें असी पिछले डायग्राम दे विच भी देखा सी, असी दोबारा फिर देखते हैं कि जो साडा इस जगह के उत्ते असी डायग्राम देखा सी कि जदों साडी कंडेंसेशन हुंदी है टैंपरेचर चेंज नहीं सी, T2 = T3 सी, तो सिर्फ इस जगह के उत्ते की हो रहा सी जी, साडे कोल लेटेंट हीट का रिमूवल हो रहा सी। सो इस करके ये मेरी जो लाइन आएगी बिल्कुल सीधी आएगी, स्ट्रेट आएगी, जिसकी असी आइसोथर्मल प्रोसैस मन्ना। और 3 तो 4 असी इस जगह पर की है जी एक्सपेंशन। ये बिल्कुल स्ट्रेट नहीं आएगी, इत्थे कर्व होएगी, क्योंकि इस जगह पर की हो रहा जी, साडा एक्सपेंशन हो रही है। सो एक्सपेंशन असी जो कर रहे हैं, नीचे असी डायग्राम के दोबारा फिर जाने हैं तो इत्थे देखते हैं कि जो असी एक्सपेंशन की तो इत्थे असी देखा कि कंप्लीटली जो एक्सपेंशन होने तो बाद मेरा जो रेफ्रिजरेंट से लिक्विड कंडीशन च नहीं सीगा, कुछ अमाउंट के मैनू वेपर पार्टिकल्स भी मिले। सो उसनों असी इस तरीके नाल रिप्रजेंट किया है कि जदों एग्जैक्टली मेरे को उही पोजीशन आई तो इस जगह के उत्ते 3 to 4 मेरे को कुछ वेपर्स भी फॉर्म हुए। सो इस करके इत्थे साडे कोले कर्व रिप्रजेंट कर रही है। नैक्सट जो फिर देखते हैं कि जो इवैपोरेशन का प्रोसैस हो रहा फ्रॉम 4 to 1, तो इस इवैपोरेशन के केस के की चीज़ हो रही है कि हुण टैंपरेचर फिर साडा कॉन्सटेंट है, सिर्फ असी इत्थे लेटेंट हीट नूं रिमूव कर रहे हैं। सो लेटेंट हीट नूं रिमूव करांगे तो ये मेरे को फिर किस तरह की प्रोसैस आ जाएगी जी, आइसोथर्मल प्रोसैस। सो ये मेरे को बिल्कुल स्ट्रेट लाइन आएगी।
ਸੋ ਇਹਦੇ ਨਾਲ ਹੀ ਅਸੀਂ ਦੂਸਰਾ pH ਚਾਰਟ ਵੀ ਦੇਖਾਂਗੇ। ਤਾਂ pH ਚਾਰਟ ਵੀ ਅਸੀਂ ਦੇਖ ਪਾ ਰਹੇ ਹਾਂ, ਸਾਡੇ ਸਾਹਮਣੇ ਹੀ ਹੈ। ਸੋ ਫਸਟ ਟੂ ਸੈਕਿੰਡ ਜੋ ਸਾਡਾ ਪ੍ਰੋਸੈਸ ਸੀ ਕੰਪਰੈਸ਼ਨ ਦਾ ਪ੍ਰੋਸੈਸ ਸੀ। ਤਾਂ ਕੰਪਰੈਸ਼ਨ ਦਾ ਪ੍ਰੋਸੈਸ ਕਿਸ ਤਰ੍ਹਾਂ ਦਾ ਸੀਗਾ? ਆਈਸੈਂਟ੍ਰੋਪਿਕ ਪ੍ਰੋਸੈਸ। ਸੋ ਇਸ ਜਗ੍ਹਾ 'ਤੇ ਸਾਡੇ ਕੋਲ ਆ ਗਈ ਕਰਵ, ਕਿਉਂਕਿ ਜੋ ਕੰਪਰੈਸ਼ਨ ਦਾ ਪ੍ਰੋਸੈਸ ਹੈ ਉਸ ਟਾਈਮ ਸਾਡੀ ਐਂਟਰੋਪੀ ਕਾਂਸਟੈਂਟ ਹੈ ਬਟ ਐਂਥੈਲਪੀ ਕਾਂਸਟੈਂਟ ਨਹੀਂ ਹੈ। ਜਦੋਂ ਅਸੀਂ ਕੰਪਰੈਸ਼ਨ ਕਰਾਂਗੇ ਤਾਂ ਇੰਟਰਨਲ ਜੋ ਟੋਟਲ એનર્ਜੀ ਹੈ ਉਹ ਸਾਡੇ ਕੋਲ ਇਨਕਰੀਜ਼ ਹੋਏਗੀ ਵਿਦ ਦਾ ਇਨਕਰੀਜ਼ ਆਫ ਪ੍ਰੈਸ਼ਰ। ਤਾਂ ਇਸ ਜਗ੍ਹਾ 'ਤੇ 1 to 2 ਜਾਂਦੇ ਆ ਸਾਡੇ ਕੋਲ ਦੋਨੋਂ ਚੀਜ਼ਾਂ ਵੱਧ ਰਹੀਆਂ ਨੇ, ਪ੍ਰੈਸ਼ਰ ਵੀ ਵੱਧ ਰਿਹਾ ਐਂਡ ਐਂਥੈਲਪੀ ਵੀ ਵੱਧ ਰਹੀ ਹੈ। ਔਰ ਸੈਕਿੰਡ ਪੁਆਇੰਟ ਐਗਜ਼ੈਕਟਲੀ ਲਾਈਨ ਦੇ ਉੱਤੇ ਹੈ, ਉਹਦੇ ਬਾਰੇ ਅਸੀਂ ਗੱਲ ਕਰ ਚੁੱਕੇ ਹਾਂ ਕਿਉਂਕਿ ਸਾਡੀ ਗਿਵਨ ਕੰਡੀਸ਼ਨ ਸੀ। ਸੋ ਸੈਕਿੰਡ ਤੋਂ ਥਰਡ ਅਸੀਂ ਫਿਰ ਦੇਖ ਰਹੇ ਹਾਂ ਜੀ ਕਿ ਸਾਡੇ ਕੋਲ ਕੌਨਸਟੈਂਟ ਟੈਂਪਰੇਚਰ, ਕੌਨਸਟੈਂਟ ਪ੍ਰੈਸ਼ਰ, ਕਿ ਜਦੋਂ ਕੰਡੈਂਸੇਸ਼ਨ ਦਾ ਪ੍ਰੋਸੈਸ ਹੋਇਆ ਤਾਂ ਸਿਰਫ ਉਸ ਜਗ੍ਹਾ ਦੇ ਉੱਤੇ ਲੇਟੈਂਟ ਹੀਟ ਜਿਹੜੀ ਹੈ ਉਹ ਰਿਮੂਵ ਹੋ ਰਹੀ ਹੈ, ਉਸ ਨੂੰ ਅਸੀਂ ਸਿਸਟਮ ਦੇ ਵਿੱਚੋਂ ਬਾਹਰ ਕੱਢ ਰਹੇ ਹਾਂ। ਕਿਊ ਅਮਾਊਂਟ ਦੀ ਲੇਟੈਂਟ ਹੀਟ ਹੈ ਜੋ, ਠੀਕ ਹੈ ਜੀ। ਨੈਕਸਟ ਹੈ 3 to 4 ਸਾਡੇ ਕੋਲ ਫਿਰ ਕਿਹੜਾ ਪ੍ਰੋਸੈਸ ਸੀਗਾ? ਐਕਸਪੈਂਸ਼ਨ ਵਾਲ ਦਾ ਪ੍ਰੋਸੈਸ। ਇਸ ਜਗ੍ਹਾ ਦੇ ਉੱਤੇ ਸਾਡਾ ਕੀ ਹੋ ਰਿਹਾ? ਇੱਕਦਮ ਅਸੀਂ ਰੈਫਰੀਜਰੈਂਟ ਨੂੰ ਐਕਸਪੈਂਡ ਕਰਵਾਇਆ। ਤਾਂ ਜਿਵੇਂ ਐਕਸਪੈਂਡ ਕਰਵਾਵਾਂਗੇ ਤਾਂ ਕੀ ਹੋਏਗਾ? ਸਾਡਾ ਪ੍ਰੈਸ਼ਰ ਘਟੇਗਾ। ਜਿਵੇਂ ਹੀ ਪ੍ਰੈਸ਼ਰ ਘਟੇਗਾ ਤਾਂ ਐਂਥੈਲਪੀ ਸਾਡੀ ਕਾਂਸਟੈਂਟ ਹੋ ਜਾਏਗੀ। ਐਂਥੈਲਪੀ ਨਹੀਂ ਅਸੀਂ ਚੇਂਜ ਹੋਣ ਦਿੱਤੀ, ਐਂਥੈਲਪੀ ਨੂੰ ਅਸੀਂ ਕਾਂਸਟੈਂਟ ਰੱਖਿਆ ਹੈ। ਤਾਂ 3 to 4 ਇਜ਼ ਐਕਸਪੈਂਸ਼ਨ ਪ੍ਰੋਸੈਸ ਐਂਡ ਅਗੇਨ 4 to 1 ਇੱਕ ਮੈਨੂੰ ਕੀ ਰਿਪਰੈਜ਼ੈਂਟ ਕਰ ਰਿਹਾ? ਰੈਫਰੀਜਰੇਸ਼ਨ ਦਾ ਪ੍ਰੋਸੈਸ ਜੋ ਹੈ, ਜੋ ਜਿਸ ਜਗ੍ਹਾ ਦੇ ਉੱਤੇ ਅਸੀਂ ਹੀਟ ਨੂੰ ਸਿਸਟਮ ਦੇ ਵਿੱਚੋਂ ਰਿਮੂਵ ਕਰਨਾ ਹੈ। ਸੋ ਇਸ ਜਗ੍ਹਾ ਦੇ ਉੱਤੇ ਜੋ ਰੈਫਰੀਜਰੈਂਟ ਹੋਏਗਾ ਉਹ ਲੇਟੈਂਟ ਹੀਟ ਨੂੰ ਅਬਜ਼ੌਰਬ ਕਰ ਰਿਹਾ ਸਿਸਟਮ ਦੇ ਵਿੱਚੋਂ ਔਰ ਖੁਦ ਲਿਕੁਇਡ ਟੂ ਵੇਪਰਸ ਫਾਰਮ ਦੇ ਵਿੱਚ ਕਨਵਰਟ ਹੋ ਰਿਹਾ। ਔਰ ਇਹ ਵੀ ਪ੍ਰੋਸੈਸ ਕਿਵੇਂ ਹੋ ਰਿਹਾ ਜੀ? ਕੌਨਸਟੈਂਟ ਪ੍ਰੈਸ਼ਰ ਦੇ ਉੱਤੇ, ਆਈਸੋਬੈਰਿਕ ਪ੍ਰੋਸੈਸ। ਸੋ ਇਹਦੇ ਨਾਲ ਹੀ ਉਮੀਦ ਹੈ ਕਿ ਤੁਸੀਂ ਇਹ ਡਾਇਗਰਾਮ ਤਕਰੀਬਨ ਸਮਝ ਚੁੱਕੇ ਹੋਵੋਗੇ। ਲੇਟਰ ਔਨ ਕੁਝ ਥੋੜ੍ਹੀਆਂ ਟਰਮਸ ਹੈਗੀਆਂ ਨੇ, ਉਹ ਵੀ ਨਾਲ ਡਿਸਕਸ ਕਰਦੇ ਹਾਂ ਜੀ ਆਪਾਂ। ਇਹਨਾਂ ਹੀ ਚਾਰਟ ਦੇ ਵਿੱਚ ਅਸੀਂ ਨਾਲ ਦੇਖ ਪਾ ਰਹੇ ਹਾਂ ਕਿ ਜੋ ਸਾਡੀ ਐਂਥੈਲਪੀਜ਼ ਹੋਏਗੀ ਅਲੱਗ ਪੁਆਇੰਟ ਦੇ ਉੱਤੇ, ਕਿ ਜਿਵੇਂ ਸਾਡੇ ਫਸਟ ਪੁਆਇੰਟ ਦੇ ਕੋਰਸਪੋਂਡਿੰਗ ਜੋ ਐਂਥੈਲਪੀ ਹੋਏਗੀ ਦੈਟ ਇਜ਼ H1, ਸੈਕਿੰਡ ਪੁਆਇੰਟ ਦੇ ਕੋਰਸਪੋਂਡਿੰਗ ਜੋ ਐਂਥੈਲਪੀ ਹੋਏਗੀ ਦੈਟ ਇਜ਼ H2, ਥਰਡ ਦੇ ਕੋਰਸਪੋਂਡਿੰਗ ਐਂਡ ਫੋਰਥ ਦੇ ਕੋਰਸਪੋਂਡਿੰਗ ਸਾਡੀ ਸੇਮ ਆਏਗੀ। ਕਿਉਂ ਸੇਮ ਆਏਗੀ? ਕਿਉਂਕਿ ਇਸ ਜਗ੍ਹਾ 'ਤੇ ਸਾਡੀ ਜੋ ਐਂਥੈਲਪੀ ਹੈ ਕਾਂਸਟੈਂਟ ਹੈ। ਤਾਂ ਇੱਥੇ ਅਸੀਂ ਲਿਖਿਆ ਹੈ HF3 = H4। ਹੁਣ ਇੱਥੇ HF3 ਕਿੱਥੋਂ ਆ ਗਿਆ? ਇਹਨੂੰ ਨਾਲ ਹੀ ਅਸੀਂ ਡਿਸਕਸ ਕਰਾਂਗੇ। ਸੋ ਇਸ ਦੂਸਰੀ ਤਰਫ ਅਸੀਂ ਦੇਖ ਰਹੇ ਹਾਂ ਕਿ ਫਸਟ ਤੋਂ ਸੈਕਿੰਡ ਇਹ ਸਾਡਾ ਪ੍ਰੋਸੈਸ ਕਾਂਸਟੈਂਟ ਸੀ, ਤਾਂ ਇਸ ਜਗ੍ਹਾ 'ਤੇ ਸਾਡੀ ਜੋ ਐਂਟਰੋਪੀ ਹੋਏਗੀ ਉਹ ਕਾਂਸਟੈਂਟ ਹੈ। ਫੋਰਥ ਦੇ ਕੋਰਸਪੋਂਡਿੰਗ ਸਾਡੇ ਕੋਲ ਇਸ ਜਗ੍ਹਾ ਦੇ ਉੱਤੇ ਐਂਟਰੋਪੀ ਆ ਜਾਏਗੀ। ਥਰਡ ਦੇ ਕੋਰਸਪੋਂਡਿੰਗ ਇੱਥੇ ਐਂਟਰੋਪੀ ਆ ਗਈ। ਇਹਨਾਂ ਨੂੰ ਅਸੀਂ ਕੁਝ ਪੁਆਇੰਟਸ ਇਸ ਤਰੀਕੇ ਦੇ ਨਾਲ ਮਾਰਕ ਕੀਤਾ ਹੈ A B C D E F। ਔਰ ਇਹਨਾਂ ਪੁਆਇੰਟਸ ਨੂੰ ਅਸੀਂ ਮਾਰਕ ਕਿਉਂ ਕੀਤਾ ਹੈ ਹੁਣੀ ਆਪਾਂ ਡਿਸਕਸ ਕਰਾਂਗੇ। ਇੱਥੇ ਅਸੀਂ ਲਾਸਟ ਦੇ ਵਿੱਚ ਕੱਢਣਾ ਹੈ COP, ਕੋਐਫੀਸ਼ੀਐਂਟ ਆਫ ਪਰਫਾਰਮੈਂਸ, ਕਿ ਇਸ ਪਰਟੀਕੂਲਰ ਪੁਆਇੰਟ ਵਾਸਤੇ ਜਦੋਂ ਸਾਡੇ ਕੋਲ ਸਿਚੁਏਸ਼ਨ ਆਫ ਰੈਫਰੀਜਰੈਂਟ ਕੀ ਹੈ, ਵੇਪਰਸ ਦੀ ਕੰਡੀਸ਼ਨ ਕੀ ਹੈ ਕਿ ਉਹ ਡਰਾਈ ਅਤੇ ਸੈਚੂਰੇਟਿਡ ਨੇ, ਤਾਂ ਉਸ ਟਾਈਮ ਸਾਡੇ ਕੋਲ ਜੋ COP ਹੋਏਗੀ ਸਿਸਟਮ ਦੀ ਉਹਦੇ 'ਤੇ ਕੀ ਇਫੈਕਟ ਪਏਗਾ ਜਾਂ ਕਿੰਨੀ ਹੋਏਗੀ ਉਹਨੂੰ ਵੀ ਅਸੀਂ ਕੈਲਕੂਲੇਟ ਕਰਨਾ ਹੈ। ਸੋ COP ਨੂੰ ਵੀ ਡਿਸਕਸ ਕਰਾਂਗੇ। ਪਹਿਲਾਂ ਇੱਕ ਵਾਰੀ ਮੈਂ ਇੱਥੇ ਮੋਟਾ ਤੁਹਾਨੂੰ ਦੱਸਦਾ ਕਿ ਜੋ COP ਹੁੰਦੀ ਹੈ ਉਹਨੂੰ ਅਸੀਂ ਚੰਗੀ ਤਰ੍ਹਾਂ ਪੜ੍ਹਿਆ ਹੋਇਆ ਕਿ ਜਿੰਨਾ ਨੈਟ ਰੈਫਰੀਜਰੇਟਿੰਗ ਇਫੈਕਟ ਪ੍ਰੋਡਿਊਸ ਹੋਇਆ ਡਿਵਾਈਡਡ ਬਾਏ ਵਰਕ ਡਨ ਬਾਏ ਦਾ ਕੰਪਰੈਸਰ। ਹੁਣ ਇੱਥੇ ਮੈਂ ਦੋ ਅਲੱਗ-ਅਲੱਗ ਡਾਇਗਰਾਮਸ ਦੇ ਵਿੱਚ ਇੱਥੇ ਰਿਪਰੈਜ਼ੈਂਟ ਕੀਤਾ ਆ ਕਿ ਜੋ ਸਾਡੇ ਕੋਲ ਵਰਕ ਡਨ ਬਾਏ ਦਾ ਕੰਪਰੈਸਰ ਹੋਏਗਾ ਉਸ ਨੂੰ ਅਸੀਂ ਸ਼ੋ ਕੀਤਾ ਹੈ ਇੱਥੇ ਦਾ ਏਰੀਆ ਅੰਡਰ ਦਾ ਕਰਵ 1 to 2। ਕੰਪਰੈਸ਼ਨ ਦਾ ਪ੍ਰੋਸੈਸ ਕਿੱਥੇ ਹੋ ਰਿਹਾ ਜੀ? 1 to 2। ਤਾਂ ਇਸ ਕਰਵ ਦੇ ਅੰਡਰ ਜੋ ਮੇਰਾ ਏਰੀਆ ਆਏਗਾ ਉਹ ਸਾਰਾ ਮੈਨੂੰ ਕੀ ਰਿਪਰੈਜ਼ੈਂਟ ਕਰ ਰਿਹਾ ਹੈ? ਵਰਕ ਡਨ ਬਾਏ ਦਾ ਕੰਪਰੈਸਰ। ਸੋ ਇਹ ਏਰੀਆ ਸਾਡੇ ਕੋਲ ਕਿੰਨਾ ਆ ਗਿਆ? 1 2 3 A ਐਂਡ ਅਗੇਨ 1। ਸੋ ਇਹ ਮੇਰੇ ਕੋਲ ਏਰੀਆ ਰਿਪਰੈਜ਼ੈਂਟ ਕਰ ਰਿਹਾ ਵਰਕ ਡਨ ਬਾਏ ਦਾ ਕੰਪਰੈਸਰ। ਔਰ ਦੂਸਰੀ ਤਰਫ ਮੇਰੇ ਕੋਲ ਨੈਟ ਰੈਫਰੀਜਰੇਟਿੰਗ ਇਫੈਕਟ ਸਾਡੇ ਕੋਲ ਕਿੰਨਾ ਮਿਲਿਆ? ਉਹਨੂੰ ਇੱਥੇ ਰਿਪਰੈਜ਼ੈਂਟ ਕੀਤਾ ਹੈ ਮੈਂ ਵਿਦ ਦਾ ਹੈਲਪ ਆਫ 1 4 HF3 ਐਂਡ 1। ਇਸ ਜਗ੍ਹਾ ਦੇ ਨਾਲ ਅਸੀਂ ਡਿਨੋਟ ਕਰ ਸਕਦੇ ਹਾਂ। ਅਗਰ ਇੱਥੇ ਨਹੀਂ ਕਰਨਾ, ਇਸੇ ਡਾਇਗਰਾਮ ਦੇ ਉੱਤੇ ਹੀ ਕਰਨਾ ਹੈ, ਤਾਂ ਇੱਥੇ ਅਸੀਂ ਕਿਸ ਤਰੀਕੇ ਨਾਲ ਕਰ ਸਕਦੇ ਹਾਂ? 1 4 EF। ਇਹ ਮੇਰੇ ਕੋਲ ਜੋ ਏਰੀਆ ਆਏਗਾ ਇਹ ਕੀ ਰਿਪਰੈਜ਼ੈਂਟ ਕਰੇਗਾ? ਦਾ ਨੈਟ ਰੈਫਰੀਜਰੇਟਿੰਗ ਇਫੈਕਟ ਪ੍ਰੋਡਿਊਸਡ ਬਾਏ ਦਾ ਪ੍ਰੋਸੈਸ। ਸੋ ਜਦੋਂ ਦੋਨੋਂ ਨੂੰ ਅਸੀਂ ਆਪਸ ਦੇ ਵਿੱਚ ਡਿਵਾਈਡ ਕਰਾਂਗੇ ਤਾਂ ਉੱਥੋਂ ਸਾਨੂੰ ਮਿਲ ਜਾਏਗੀ COP ਦੀ ਵੈਲਿਊ।
ਨੈਕਸਟ ਅਸੀਂ ਥਿਓਰਟੀਕਲ ਪੁਆਇੰਟ ਆਫ ਵਿਊ ਤੋਂ ਵੀ ਇਸ ਪ੍ਰੋਸੈਸਿਸ ਨੂੰ ਡਿਸਕ੍ਰਾਈਬ ਕੀਤਾ ਹੈ ਕਿ ਅਗਰ ਸਾਨੂੰ ਥਿਓਰੀਟੀਕਲੀ ਇਸ ਚੀਜ਼ ਨੂੰ ਰਿਪਰੈਜ਼ੈਂਟ ਕਰਨਾ ਪਵੇ ਤਾਂ ਅਸੀਂ ਕਿਸ ਤਰੀਕੇ ਦੇ ਨਾਲ ਕਰ ਸਕਦੇ ਹਾਂ। ਤਾਂ ਪ੍ਰੋਸੈਸਿਸ ਇਨਵੋਲਵਡ ਵੇਪਰ ਕੰਪਰੈਸ਼ਨ ਰੈਫਰੀਜਰੇਸ਼ਨ ਸਿਸਟਮ। ਸਭ ਤੋਂ ਪਹਿਲਾਂ ਕੰਪਰੈਸ਼ਨ ਦਾ ਪ੍ਰੋਸੈਸ ਹੈ। ਅਸੀਂ ਦੇਖਿਆ ਕਿ 1 to 2 ਜਿਹੜੀ ਪ੍ਰੋਸੈਸ ਹੋ ਰਹੀ ਹੈ ਸਾਡੇ ਕੋਲ ਕੀ ਹੋ ਰਹੀ ਹੈ ਜੀ, ਕੰਪਰੈਸ਼ਨ ਦਾ ਪ੍ਰੋਸੈਸ ਹੈ। ਜਿਸ ਜਗ੍ਹਾ ਤੇ ਸਾਡੇ ਕੋਲ ਇਨੀਸ਼ੀਅਲੀ ਲੋ ਟੈਂਪਰੇਚਰ ਤੇ ਲੋ ਪ੍ਰੈਸ਼ਰ ਸੀ, ਇਹਨੇ ਇਸ ਨੂੰ ਆਈਸੈਂਟ੍ਰੋਪਿਕਲੀ ਕੰਪਰੈਸ ਕੀਤਾ ਔਰ ਡਰਾਈ ਸੈਚੂਰੇਟਡ ਵੇਪਰਸ ਨੂੰ ਫਾਰਮ ਕਰ ਲਿਆ। ਜਿਸ ਜਗ੍ਹਾ ਤੇ ਸਾਡਾ ਪ੍ਰੈਸ਼ਰ ਤੇ ਟੈਂਪਰੇਚਰ ਹਾਈ ਹੋ ਗਿਆ, ਵੱਧ ਗਿਆ, ਔਰ ਇਸ ਨੂੰ ਅਸੀਂ ਦੋਨਾਂ ਨੂੰ ਡਾਇਗਰਾਮ ਦੇ ਵਿੱਚ ਸਮਝ ਚੁੱਕੇ ਹਾਂ। ਔਰ ਇਸ ਨੂੰ ਜੋ ਅਸੀਂ ਕਾਊਂਟ ਕੀਤਾ ਹੈ ਵਰਕ ਡਨ ਬਾਏ ਦਾ ਕੰਪਰੈਸਰ ਕਿੰਨਾ ਹੋਏਗਾ ਅਸੀਂ ਪਿੱਛੇ ਦੇਖ ਵੀ ਚੁੱਕੇ ਹਾਂ। ਦਾ ਏਰੀਆ ਕਿੰਨਾ ਅਸੀਂ ਕਾਊਂਟ ਕੀਤਾ ਸੀ 1 2 3 A, ਔਰ ਜਿਸ ਨੂੰ ਅਸੀਂ PH ਡਾਇਗਰਾਮ ਦੇ ਉੱਤੇ ਕਿਹਦੇ ਨਾਲ ਰਿਪਰੈਜ਼ੈਂਟ ਕਰਾਂਗੇ, H2 ਮਾਈਨਸ H1 ਦੇ ਨਾਲ। ਸੋ ਇੱਥੇ ਅਸੀਂ ਡਾਇਗਰਾਮ ਦੇ ਵਿੱਚ ਨੋਟ ਕਰ ਪਾ ਰਹੇ ਹਾਂ ਕਿ ਵਰਕ ਡਨ ਬਾਏ ਦਾ ਕੰਪਰੈਸਰ ਸਾਡੇ ਕੋਲ ਕੀ ਸੀ 1 to 2 ਪ੍ਰੋਸੈਸ ਹੈ ਐਂਡ ਮੈਕਸਿਮਮ ਸਾਡੇ ਕੋਲ ਕਿਹੜਾ ਪੁਆਇੰਟ ਹੈ ਫਰੋਮ 0 ਓਰੀਜਨ ਟੂ H2 ਓਰੀਜਨ ਟੂ H1। ਤਾਂ ਇੱਥੇ ਸਾਨੂੰ ਕਿਹਦੀ ਵੈਲਿਊ ਚਾਹੀਦੀ ਹੈ, ਸਿਰਫ ਇਸ ਏਰੀਆ ਦੀ। ਇੰਨਾ ਵਰਕ ਡਨ ਬਾਏ ਦਾ ਕੰਪਰੈਸਰ ਹੈ। ਤਾਂ ਇਹ ਕਿਵੇਂ ਅਚੀਵ ਕਰਾਂਗੇ, H2 ਮਾਈਨਸ H1। ਨੈਕਸਟ ਜੋ ਪ੍ਰੋਸੈਸ ਆ ਰਿਹਾ ਸਾਡੇ ਕੋਲ ਕੰਡੈਂਸੇਸ਼ਨ ਦਾ। ਤਾਂ ਕੰਡੈਂਸੇਸ਼ਨ ਦਾ ਵੀ ਅਸੀਂ ਸਮਝ ਚੁੱਕੇ ਹਾਂ ਕਿ ਜੋ ਪ੍ਰੋਸੈਸ ਸਾਡੇ ਕੋਲ ਰਿਪਰੈਜ਼ੈਂਟ ਕਰ ਰਹੀ ਹੈ 2 to 3, ਜਿਸ ਜਗ੍ਹਾ ਤੇ ਸਾਡਾ ਟੈਂਪਰੇਚਰ ਤੇ ਪ੍ਰੈਸ਼ਰ ਦੋਨੋਂ ਚੀਜ਼ਾਂ ਹੀ ਕੀ ਨੇ, ਕੌਨਸਟੈਂਟ ਨੇ, ਔਰ ਸਿਰਫ ਸਾਡੀ ਉਸ ਜਗ੍ਹਾ ਦੇ ਉੱਤੇ ਲੇਟੈਂਟ ਹੀਟ ਹੀ ਅਬਜ਼ੌਰਬ ਹੋ ਰਹੀ ਹੈ। ਤਾਂ ਉਹ ਪ੍ਰੋਸੈਸ ਨੂੰ ਅਸੀਂ 2-3 ਪ੍ਰੋਸੈਸ ਦੇ ਨਾਲ ਸ਼ੋ ਕੀਤਾ। ਤਾਂ ਅਸੀਂ ਡਾਇਗਰਾਮ ਦੇ ਵਿੱਚ ਆਲਰੇਡੀ ਦੇਖ ਚੁੱਕੇ ਹਾਂ ਗ੍ਰਾਫ ਦੇ ਉੱਤੇ। ਨੈਕਸਟ ਪ੍ਰੋਸੈਸ ਹੈ ਸਾਡਾ ਐਕਸਪੈਂਸ਼ਨ ਦਾ। ਐਕਸਪੈਂਸ਼ਨ ਦਾ ਪ੍ਰੋਸੈਸ ਨੂੰ ਅਸੀਂ ਰਿਪਰੈਜ਼ੈਂਟ ਕੀਤਾ ਹੈ ਵਿਦ ਦਾ ਪੁਆਇੰਟ 3 to 4, ਔਰ ਇਸ ਜਗ੍ਹਾ ਤੇ ਵੀ ਸਾਡੇ ਕੋਲ ਕੀ ਚੀਜ਼ ਹੋਏਗੀ ਜੀ, ਜੋ ਸਾਡਾ ਪ੍ਰੈਸ਼ਰ ਸੀ ਇਨੀਸ਼ੀਅਲੀ ਉਹ ਸਾਡਾ ਘਟ ਜਾਏਗਾ, ਟੈਂਪਰੇਚਰ ਸਾਡਾ ਘਟ ਜਾਏਗਾ, ਵੋਲਿਊਮ ਸਾਡਾ ਵੱਧ ਜਾਏਗਾ। ਔਰ ਇਸ ਨੂੰ ਅਸੀਂ ਦੋਨਾਂ ਗ੍ਰਾਫਸ ਦੇ ਉੱਤੇ ਕਿਸ ਤਰੀਕੇ ਦੇ ਨਾਲ ਸ਼ੋ ਕੀਤਾ ਹੈ, ਵਿਦ ਦਾ ਕਰਵ 3 to 4 ਔਨ T5 ਚਾਰਟ ਐਂਡ ਵਿਦ ਦਾ ਸਟ੍ਰੇਟ ਲਾਈਨ ਅਪ ਟੂ ਡਾਊਨ ਔਨ ਦਾ PH ਚਾਰਟ। ਸੋ ਅਗਲਾ ਜੋ ਪ੍ਰੋਸੈਸ ਸਾਡੇ ਕੋਲ ਆ ਰਿਹਾ ਉਹ ਹੈ ਇਵੈਪੋਰੇਸ਼ਨ, ਜਿਸ ਨੂੰ ਅਸੀਂ ਰਿਪਰੈਜ਼ੈਂਟ ਕੀਤਾ ਹੈ ਪੁਆਇੰਟ 4 to 1 ਦੇ ਨਾਲ। ਇਹ ਚੀਜ਼ ਵੀ ਅਸੀਂ ਗ੍ਰਾਫ ਦੇ ਉੱਤੇ ਚੰਗੀ ਤਰ੍ਹਾਂ ਦੇਖ ਲਈ ਸੀ ਕਿ ਇਹ ਪ੍ਰੋਸੈਸ ਦੇ ਅੰਦਰ ਸਾਡੇ ਕੋਲ ਕੀ ਚੀਜ਼ ਹੋ ਰਿਹਾ ਕਿ ਲੇਟੈਂਟ ਹੀਟ ਸਿਸਟਮ ਦੀ ਜੋ ਹੈ ਪਰਟੀਕੂਲਰ ਸਪੇਸ ਜਿਸ ਨੂੰ ਅਸੀਂ ਠੰਡਾ ਕਰਨਾ ਹੈ ਉਸ ਜਗ੍ਹਾ ਤੋਂ ਹੀਟ ਨੂੰ ਅਬਜ਼ੌਰਬ ਕਰੇਗਾ, ਔਰ ਖੁਦ ਰੈਫਰੀਜਰੈਂਟ ਦੇ ਅੰਦਰ ਕੀ ਚੇਂਜ ਆਏਗਾ, ਲਿਕੁਇਡ ਟੂ ਵੇਪਰਸ ਫਾਰਮ ਦੇ ਵਿੱਚ ਉਹ ਕਨਵਰਟ ਕਰ ਦੇਗਾ ਬਾਈ ਅਬਜ਼ੌਰਬਿੰਗ ਦਾ ਲੇਟੈਂਟ ਹੀਟ ਆਫ ਸਰਾਊਂਡਿੰਗ ਜਾਂ ਪਰਟੀਕੂਲਰ ਸਪੇਸ ਦੀ ਅਸੀਂ ਗੱਲ ਕਰ ਸਕਦੇ ਹਾਂ। ਸੋ ਇਸ ਜਗ੍ਹਾ ਤੇ ਜੋ ਸਾਡਾ ਰੈਫਰੀਜਰੇਟਿੰਗ ਇਫੈਕਟ ਹੋਏਗਾ ਉਹ ਕਿਹੜਾ ਏਰੀਆ ਹੋਏਗਾ, ਜਿਵੇਂ ਅਸੀਂ ਡਾਇਗਰਾਮ ਦੇ ਵਿੱਚ ਪਹਿਲਾਂ ਵੀ ਦੇਖਿਆ ਸੀ, ਏਰੀਆ ਆਫ 14EF which is equal to H1 minus HF3। ਇਹਨਾਂ ਨੂੰ ਅਸੀਂ ਦੋਨੋਂ ਗ੍ਰਾਫ ਦੇ ਵਿੱਚ ਪਹਿਲਾਂ ਵੀ ਦੇਖਿਆ, ਦੁਬਾਰਾ ਫਿਰ ਦੇਖਦੇ ਹਾਂ। ਇਸ ਜਗ੍ਹਾ ਤੇ ਅਸੀਂ ਗ੍ਰਾਫ ਦੇ ਅੰਦਰ ਦੇਖ ਪਾ ਰਹੇ ਹਾਂ, ਜਿਵੇਂ ਅਸੀਂ ਪਹਿਲਾਂ ਵੀ ਡਿਸਕਸ ਕੀਤਾ ਸੀ ਕਿ ਏਰੀਆ 14EF ਮੈਨੂੰ ਰਿਪਰੈਜ਼ੈਂਟ ਕਰ ਰਿਹਾ ਹੈ ਨੈਟ ਰੈਫਰੀਜਰੇਟਿੰਗ ਇਫੈਕਟ ਕਿੰਨਾ ਪ੍ਰੋਡਿਊਸ ਹੋਇਆ ਹੈ। ਔਰ ਇਸ ਜਗ੍ਹਾ ਤੇ ਅਸੀਂ ਕਿਸ ਤਰੀਕੇ ਨਾਲ ਰਿਪਰੈਜ਼ੈਂਟ ਕਰਾਂਗੇ, ਇੰਥੈਲਪੀ ਦੇ ਉੱਤੇ H1 ਮਾਈਨਸ H4 ਜਾਂ HF3, ਕਿਉਂਕਿ ਦੋਨਾਂ ਵੈਲਿਊਜ਼ ਆਪਸ ਦੇ ਵਿੱਚ ਸੇਮ ਨੇ, HF3 ਇਜ਼ ਇਕਲਸ ਟੂ H4। ਤਾਂ ਇੱਥੇ ਅਸੀਂ ਦੋਨਾਂ ਨੂੰ ਬਰਾਬਰ ਲੈ ਸਕਦੇ ਹਾਂ, HF3 ਇਜ਼ ਇਕਲਸ ਟੂ H4। ਸੋ ਮਾਈਨਸ ਕਰ ਸਕਦੇ ਹਾਂ ਜੀ, ਇਸ ਜਗ੍ਹਾ ਤੋਂ ਓਰੀਜਨ ਤੋਂ ਲੈ ਕੇ ਇੱਥੇ ਤੱਕ ਹੈ ਮੇਰੀ H1 ਔਰ ਸੈਕਿੰਡ ਹੈ ਮੇਰੇ ਕੋਲ HF3 ਜਾਂ H4। ਤਾਂ ਇੱਥੇ ਮੈਨੂੰ ਇੰਨਾ ਏਰੀਆ ਚਾਹੀਦਾ ਹੈ, ਤਾਂ ਇਹ ਮੇਰੇ ਕੋਲ ਇੰਥੈਲਪੀ ਕਿੰਨੀ ਆਏਗੀ, H1 ਮਾਈਨਸ H4 ਜਾਂ H1 ਮਾਈਨਸ HF3। ਨਾਲ ਹੀ ਅਸੀਂ ਕੈਲਕੂਲੇਟ ਕਰਨੀ ਸੀ ਇਸ ਸਿਸਟਮ ਦੀ ਸਾਡੇ ਕੋਲ COP ਕਿੰਨੀ ਆਏਗੀ। ਤਾਂ COP ਦਾ ਫਾਰਮੂਲਾ ਸਾਨੂੰ ਪਤਾ ਹੈ, ਨੈਟ ਰੈਫਰੀਜਰੇਟਿੰਗ ਇਫੈਕਟ ਓਵਰ ਵਰਕ ਡਨ ਬਾਏ ਦਾ ਕੰਪਰੈਸਰ, ਔਰ ਇਸ ਨੂੰ ਅਸੀਂ ਇਸ ਤਰੀਕੇ ਨਾਲ ਨੋਟ ਕਰਦੇ ਹਾਂ, ਰੈਫਰੀਜਰੇਟਿੰਗ ਇਫੈਕਟ ਨੂੰ ਨੋਟ ਕਰ ਲਿਆ N ਦੇ ਨਾਲ ਐਂਡ W ਇਜ਼ ਦਾ ਵਰਕ ਡਨ ਬਾਏ ਦਾ ਕੰਪਰੈਸਰ। ਔਰ ਦੋਨੋਂ ਚੀਜ਼ਾਂ ਅਸੀਂ ਫਿਰ ਸੇ ਹੁਣੀ ਡਿਸਕਸ ਕਰਕੇ ਹਟੇ ਹਾਂ ਕਿ ਜੋ ਸਾਡੇ ਕੋਲ ਨੈਟ ਰੈਫਰੀਜਰੇਟਿੰਗ ਇਫੈਕਟ ਹੈ ਉਹ ਕਿੰਨਾ ਆਇਆ ਸੀ, H1 ਮਾਈਨਸ H4, ਤੇ ਵਰਕ ਡਨ ਬਾਏ ਦਾ ਕੰਪਰੈਸਰ ਕੀ ਸੀ, H2 ਮਾਈਨਸ H1। ਔਰ ਨੈਕਸਟ ਜੋ ਸਾਡੇ ਕੋਲ ਫਾਈਨਲ ਫਾਰਮੂਲਾ ਮਿਲ ਗਿਆ ਉਹ ਇਹ ਹੈ, ਦ ਕੋਐਫੀਸ਼ੀਐਂਟ ਆਫ ਪਰਫਾਰਮੈਂਸ COP ਇਜ਼ ਇਕੁਅਲਸ ਟੂ H1 ਮਾਈਨਸ HF3। HF3 ਕਿਉਂ ਲਿਖਿਆ ਹੈ, H4 ਇਜ਼ ਇਕੁਅਲਸ ਟੂ HF3 ਡਿਵਾਈਡਿਡ ਬਾਈ H2 ਮਾਈਨਸ H1। ਸੋ ਇਹਦੇ ਨਾਲ ਹੀ ਜੋ ਸਾਡਾ ਫਰਸਟ ਟੌਪਿਕ ਸੀ, ਵੈਨ ਦ ਵੇਪਰ ਇਜ਼ ਡਰਾਈ ਐਂਡ ਸੈਚੂਰੇਟਿਡ ਐਟ ਦ ਐਂਡ ਆਫ ਕੰਪਰੈਸ਼ਨ, ਉਹ ਸਾਡਾ ਕੰਪਲੀਟ ਹੋ ਚੁੱਕਿਆ ਹੈ। ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਇਹ ਵੀਡੀਓ ਪਸੰਦ ਆਇਆ ਹੋਵੇਗਾ, ਚੰਗੀ ਤਰ੍ਹਾਂ ਸਮਝ ਲੱਗਿਆ ਹੋਵੇਗਾ। ਅਗਰ ਕਿਸੇ ਤਰ੍ਹਾਂ ਦੀ ਕੋਈ ਡਾਊਟ ਹੈ, ਕੋਈ ਚੀਜ਼ ਨਹੀਂ ਪਤਾ ਲੱਗੀ ਤਾਂ ਕਮੈਂਟ ਕਰਕੇ ਪਲੀਜ਼ ਜ਼ਰੂਰ ਪੁੱਛਿਓ। ਤੇ ਅਗਰ ਤੁਸੀਂ ਕਿਸੇ ਨੇ ਵੀ ਹਜੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਚੈਨਲ ਸਬਸਕ੍ਰਾਈਬ ਕਰੋ, ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਤੁਹਾਨੂੰ ਇਸ ਤਰ੍ਹਾਂ ਦੀਆਂ ਹੋਰ ਇਨਫੋਰਮੇਟਿਵ ਵੀਡੀਓਜ਼ ਮਿਲਦੀਆਂ ਰਹਿਣ ਔਰ ਤੁਸੀਂ ਸਿੱਖਦੇ ਰਹੋ। ਓਕੇ ਜੀ, ਥੈਂਕ ਯੂ ਵੈਰੀ ਮਚ, ਸਤਿ ਸ਼੍ਰੀ ਅਕਾਲ ਜੀ।